ਅੱਜ ਤੋਂ 11 ਮਹੀਨੇ ਪਹਿਲਾਂ ਕੇਂਦਰ ਸਰਕਾਰ ਵੱਲੋਂ 3 ਖੇਤੀ ਕਾਨੂੰਨ ਲਾਗੂ ਕੀਤੇ ਗਏ ਸਨ, ਜਿਸ ਦਾ ਵਿਰੋਧ ਕਿਸਾਨ ਜਥੇਬੰਦੀਆਂ ਅੱਜ ਤੱਕ ਕਰ ਰਹੀਆਂ ਹਨ। ਕਈਆਂ ਵੱਲੋਂ ਬੜੇ ਲੋਕਾਂ ਵੱਲੋਂ ਇਹ ਕਿਹਾ ਗਿਆ ਕਿ ਇਹਨਾਂ ਖੇਤੀ ਕਾਨੂੰਨਾਂ ਕਰਕੇ ਕਿਸਾਨਾਂ ਨੂੰ ਬਹੁਤ ਫਾਇਦਾ ਹੋਵੇਗਾ, ਜਦ ਕਿ ਕਿਸਾਨਾਂ ਦਾ ਸ਼ੁਰੂ ਤੋਂ ਇਹੀ ਕਹਿਣਾ ਹੈ ਕਿ ਇਹਨਾਂ ਖੇਤੀ ਕਾਨੂੰਨਾਂ ਕਰਕੇ ਉਹਨਾਂ ਦੀ ਖੇਤੀ ਬਿਲਕੁਲ ਹੀ ਖਤਮ ਹੋ ਜਾਏਗੀ। ਸੋ ਅੱਜ ਇਸ ਵੀਡੀਓ ਦੇ ਰਾਹੀਂ ਅਸੀਂ ਇਹਨਾਂ 3 ਖੇਤੀ ਕਾਨੂੰਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਅਤੇ ਵੇਖਾਂਗੇ ਕਿ ਇਹਨਾਂ 3 ਖੇਤੀ ਕਾਨੂੰਨਾਂ ਦੇ ਕੀ ਨੁਕਸਾਨ ਹਨ। ਕੀ ਇਹ ਕਾਨੂੰਨ ਸੱਚ ਵਿੱਚ ਹੀ ਕਾਲੇ ਹਨ? ਜੇ ਹਾਂ ਤਾਂ ਕਿਉਂ ਕਾਲੇ ਹਨ? ਵੀਡੀਓ ਥੋੜੀ ਲੰਮੀ ਹੋ ਸਕਦੀ ਹੈ, ਇਸ ਲਈ ਆਪਾਂ ਇਹਨਾਂ 3 ਖੇਤੀ ਕਾਨੂੰਨਾਂ ਨੂੰ ਇੱਕ-ਇੱਕ ਕਰਕੇ ਸਮਝਾਂਗੇ ਅਤੇ ਇਹ ਵੇਖਾਂਗੇ ਕਿ ਇਹਨਾਂ ਖੇਤੀ ਕਾਨੂੰਨਾਂ ਵਿੱਚ ਕਿਹੜੀ ਗੱਲ ਮਾੜੀ ਹੈ। ਕੀ ਸੱਚ ਵਿੱਚ ਹੀ ਇਹ ਖੇਤੀ ਕਾਨੂੰਨ ਕਾਲੇ ਹਨ ਅਤੇ ਜੇ ਕਾਲੇ ਹਨ ਤਾਂ ਉਹ ਕਿਉਂ ਕਾਲੇ ਹਨ? ਸੋ ਅਸੀਂ ਸਭ ਤੋਂ ਪਹਿਲੇ ਖੇਤੀ ਕਾਨੂੰਨ ਦੀ ਗੱਲ ਕਰਦੇ ਹਾਂ, ਜਿਸ ਦਾ ਪੂਰਾ ਨਾਮ ਹੈ The Farmers Produce Trade and Commerce Promotion and Facilitation Act 2020। ਇਸ ਕਾਨੂੰਨ ਨੂੰ ਬਣਾਉਣ ਦਾ ਮੇਨ ਮਕਸਦ ਇਹ ਹੈ ਕਿ ਜੋ ਕਿਸਾਨ ਨੇ ਉਹ ਆਪਣੀ ਫਸਲ ਬੜੇ ਸੌਖੇ ਤਰੀਕੇ ਨਾਲ ਵੇਚ ਸਕਣ ਅਤੇ ਵੱਧ ਤੋਂ ਵੱਧ ਪ੍ਰੋਫਿਟ ਕਮਾ ਸਕਣ। ਸੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਇਸ ਕਾਨੂੰਨ ਵਿੱਚ ਦਿੱਤੇ ਗਏ ਵੱਖੋ-ਵੱਖ ਪ੍ਰੋਵੀਜ਼ਨਸ ਦੀ। ਇਸ ਕਾਨੂੰਨ ਦੀ ਪਹਿਲੀ ਪ੍ਰੋਵੀਜ਼ਨ ਹੈ ਟ੍ਰੇਡ ਏਰੀਆਸ ਆਊਟਸਾਈਡ APMC। ਹੁਣ APMC ਕੀ ਹੈ? ਜੇ ਆਮ ਭਾਸ਼ਾ 'ਚ ਗੱਲ ਕਰ ਲਈਏ ਤਾਂ APMC ਦਾ ਮਤਲਬ ਹੈ ਮੰਡੀ, ਐਗਰੀਕਲਚਰਲ ਪ੍ਰੋਡਿਊਸ ਮਾਰਕੀਟ ਕਮੇਟੀ। ਜੋ ਹੁਣ ਤੱਕ ਲਾਅ ਨੇ ਉਹ ਇਹ ਕਹਿੰਦੇ ਨੇ ਕਿ ਕਿਸਾਨ ਆਪਣੀ ਫਸਲ ਸਿਰਫ ਤੇ ਸਿਰਫ ਮੰਡੀ ਵਿੱਚ ਹੀ ਵੇਚ ਸਕਦਾ ਹੈ, ਪਰ ਇਹ ਕਾਨੂੰਨ ਇਹ ਕਹਿੰਦੇ ਨੇ ਕਿ ਉਹ ਕਿਤੇ ਵੀ ਵੇਚ ਸਕਦਾ ਹੈ। ਉਹ ਵੇਅਰ ਹਾਊਸ ਵਾਲੇ ਨੂੰ ਵੇਚ ਸਕਦਾ ਹੈ, ਐਕਸਪੋਰਟ ਕਰਨ ਵਾਲੇ ਨੂੰ ਵੇਚ ਸਕਦਾ ਹੈ, ਕੋਲਡ ਸਟੋਰੇਜ ਵਾਲੇ ਨੂੰ ਵੇਚ ਸਕਦਾ ਹੈ, ਇੱਥੋਂ ਤੱਕ ਕਿ ਆਪਣੀ ਪੈਲੀ ਦੇ ਬਾਹਰ ਹੀ ਜੇ ਉਹਨੂੰ ਖਰੀਦਦਾਰ ਮਿਲ ਜਾਂਦਾ ਤਾਂ ਉੱਥੇ ਹੀ ਵੇਚ ਸਕਦਾ ਹੈ। ਜਿੱਥੇ ਉਹਨੂੰ ਜ਼ਿਆਦਾ ਪ੍ਰੋਫਿਟ ਮਿਲੇ ਉੱਥੇ ਹੀ ਵੇਚ ਦੇ। ਦੂਸਰਾ ਪ੍ਰੋਵੀਜ਼ਨ ਇਹ ਕਹਿੰਦਾ ਹੈ ਕਿ ਕਿਸਾਨ ਆਪਣੀ ਫਸਲ ਦੇਸ਼ ਦੇ ਕਿਸੇ ਵੀ ਸੂਬੇ ਵਿੱਚ ਵੇਚ ਸਕਦਾ ਹੈ। ਜੇਕਰ ਮੰਨ ਲਓ ਕਿ ਕਿਸਾਨ ਪੰਜਾਬ ਦਾ ਹੈ, ਉਹ ਚਾਹੇ ਬਿਹਾਰ 'ਚ ਜਾ ਕੇ ਵੇਚੇ, ਚਾਹੇ UP 'ਚ ਵੇਚੇ, ਚਾਹੇ ਮਹਾਰਾਸ਼ਟਰ 'ਚ ਵੇਚੇ, ਉਹ ਕਿਤੇ ਵੀ ਜਾ ਕੇ ਵੇਚ ਸਕਦਾ। ਤੀਸਰਾ ਪ੍ਰੋਵੀਜ਼ਨ ਇਹ ਕਹਿੰਦਾ ਹੈ ਕਿ ਕਿਸਾਨ ਆਪਣੀ ਫਸਲ ਆਨਲਾਈਨ ਵੀ ਵੇਚ ਸਕਦਾ ਹੈ। ਜਿਵੇਂ ਅਸੀਂ ਬਾਕੀ ਸਮਾਨ ਆਨਲਾਈਨ ਵੇਚਦੇ ਹਾਂ ਜਾਂ ਖਰੀਦਦੇ ਹਾਂ, ਇਸੇ ਤਰ੍ਹਾਂ ਕਿਸਾਨ ਆਪਣੀ ਫਸਲ ਵੇਚ ਸਕਦਾ ਹੈ ਤਾਂ ਦੂਸਰੇ ਜਿਹੜੇ ਟਰੇਡਰ ਨੇ ਉਹ ਖਰੀਦ ਸਕਦੇ ਨੇ। ਇਸ ਕਾਨੂੰਨ ਦਾ ਚੌਥਾ ਪ੍ਰੋਵੀਜ਼ਨ ਇਹ ਹੈ ਕਿ ਜੇਕਰ ਕਿਸਾਨ ਆਪਣੀ ਫਸਲ ਮੰਡੀਆਂ ਤੋਂ ਬਾਹਰ ਵੇਚਦੇ ਹਨ ਤਾਂ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਟੈਕਸ ਨਹੀਂ ਲਾਇਆ ਜਾਵੇਗਾ। ਜਿਵੇਂ ਅਸੀਂ ਆਪਣੀ ਫਸਲ ਮੰਡੀਆਂ 'ਚ ਵੇਚਦੇ ਹਾਂ ਤਾਂ ਅਸੀਂ 8 ਤੋਂ 10% ਟੈਕਸ ਪੇ ਕਰਦੇ ਹਾਂ, ਪਰ ਜੇਕਰ ਅਸੀਂ ਮੰਡੀਆਂ ਤੋਂ ਬਾਹਰ ਜਾ ਕੇ ਵੇਚਦੇ ਹਾਂ ਤਾਂ ਸਾਨੂੰ ਕੋਈ ਵੀ ਟੈਕਸ ਨਹੀਂ ਲੱਗੇਗਾ। ਇਸ ਬਿੱਲ ਦੀ 5ਵੀਂ ਪ੍ਰੋਵੀਜ਼ਨ ਹੈ ਡਿਸਪਿਊਟ ਸੈਟਲਮੈਂਟ ਮੈਕੈਨਿਜ਼ਮ। ਮੰਨ ਲਓ ਜੇਕਰ ਵੇਚਣ ਵਾਲੇ ਕਿਸਾਨ ਵਿੱਚ ਅਤੇ ਖਰੀਦਣ ਵਾਲੇ ਦੇ ਵਿੱਚ ਕਿਸੇ ਗੱਲ ਤੋਂ ਝਗੜਾ ਹੋ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਇਹ ਸ਼ਿਕਾਇਤ ਜਾਵੇਗੀ SDM ਕੋਲ। SDM ਸਭ ਤੋਂ ਪਹਿਲਾਂ ਦੋਵਾਂ ਵਿੱਚ ਸੁਲ੍ਹਾ ਕਰਾਉਣ ਲਈ ਇੱਕ ਬੋਰਡ ਬਣਾਵੇਗਾ। ਇਸ ਬੋਰਡ ਵਿੱਚ ਇੱਕ ਸਰਕਾਰੀ ਅਧਿਕਾਰੀ ਹੋਵੇਗਾ ਅਤੇ 2 ਜਾਣੇ ਜਾਂ 1 ਜਾਣਾ ਬਿਜ਼ਨਸਮੈਨ ਵੱਲੋਂ ਅਤੇ 2 ਜਾਣੇ ਜਾਂ 1 ਜਾਣੇ ਕਿਸਾਨ ਦੀ ਸਾਈਡ ਵੱਲੋਂ ਹੋਣਗੇ ਅਤੇ ਸਾਰੇ ਜਾਣੇ ਬੈਠ ਕੇ ਸੁਲ੍ਹਾ ਕਰਨ ਦੀ ਕੋਸ਼ਿਸ਼ ਕਰਨਗੇ। ਮੰਨ ਲਓ ਫਿਰ ਵੀ ਗੱਲ ਨਹੀਂ ਬਣਦੀ, ਫਿਰ ਇਹ ਸਾਰਾ ਮਸਲਾ ਜਾਵੇਗਾ SDM ਕੋਲ। SDM ਕੋਲ 30 ਦਿਨ ਹੋਣਗੇ ਇਸ ਸਾਰੇ ਮਸਲੇ ਦਾ ਹੱਲ ਕਰਨ ਲਈ। ਮੰਨ ਲਓ SDM ਕੋਲ ਵੀ ਹੱਲ ਨਹੀਂ ਹੁੰਦਾ, ਫਿਰ ਇਹ ਸਾਰਾ ਮਸਲਾ ਜਾਵੇਗਾ DC ਕੋਲ। DC ਜੋ ਵੀ ਫੈਸਲਾ ਦੇ ਦੇਗਾ ਉਹੀ ਫਾਈਨਲ ਹੋਏਗਾ। ਤੇ ਇਸ ਕਾਨੂੰਨ ਦੀ ਸਭ ਤੋਂ ਵੱਡੀ ਡਿਸਐਡਵਾਂਟੇਜ ਵੀ ਇਹੀ ਹੈ ਕਿ ਜੋ DC ਦਾ ਫੈਸਲਾ ਹੋਵੇਗਾ ਉਹ ਅੰਤਿਮ ਹੋਵੇਗਾ। ਇਸ ਫੈਸਲੇ ਨੂੰ ਸਿਵਲ ਕੋਰਟ ਵਿੱਚ ਚੈਲੰਜ ਨਹੀਂ ਕੀਤਾ ਜਾ ਸਕਦਾ। ਮੰਨ ਲਓ ਕਿ ਕਿਸੇ ਕਿਸਾਨ ਦਾ ਡਿਸਪਿਊਟ ਕਿਸੇ ਐਸੇ ਬਿਜ਼ਨਸਮੈਨ ਨਾਲ ਪੈ ਜਾਂਦਾ ਹੈ ਜੋ ਕਿ DC ਤੱਕ ਜਾਂ ਸਰਕਾਰ ਤੱਕ ਪਹੁੰਚ ਰੱਖਦਾ ਹੋਵੇ, ਤਾਂ ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਕਿਸਾਨ ਦੀ ਕਦੇ ਵੀ ਜਿੱਤ ਨਹੀਂ ਹੋਵੇਗੀ। ਤੇ ਇਹੀ ਇਸ ਕਾਨੂੰਨ ਦਾ ਸਭ ਤੋਂ ਵੱਡਾ ਨੁਕਸਾਨ ਹੈ ਕਿ DC ਦਾ ਫੈਸਲਾ ਹੀ ਅੰਤਿਮ ਹੋਵੇਗਾ। ਇਸ ਕਾਨੂੰਨ ਦਾ ਦੂਸਰਾ ਤੇ ਸਭ ਤੋਂ ਵੱਡਾ ਡਿਸਐਡਵਾਂਟੇਜ ਇਹ ਹੈ ਕਿ ਇਸ ਕਾਨੂੰਨ ਦੇ ਲਾਗੂ ਹੋਣ ਨਾਲ ਮੰਡੀਆਂ ਦੇ ਖਤਮ ਹੋਣ ਦੀ ਸੰਭਾਵਨਾ ਹੈ।
ਜੇਕਰ ਕਿਸਾਨ ਆਪਣੀ ਫਸਲ ਮੰਡੀ ਵਿੱਚ ਵੇਚਣ ਜਾਂਦਾ ਹੈ ਤਾਂ ਉਸ ਨੂੰ ਟੈਕਸ ਪੇ ਕਰਨਾ ਪੈਂਦਾ ਹੈ, ਜਿਸ ਕਰਕੇ ਉਸ ਨੂੰ ਥੋੜੀ ਜਿਹੀ ਘੱਟ ਕੀਮਤ ਮਿਲਦੀ ਹੈ। ਪਰ ਇਸ ਕਾਨੂੰਨ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ ਕਿਸਾਨ ਆਪਣੀ ਫਸਲ ਮੰਡੀ ਵਿੱਚ ਵੀ ਵੇਚ ਸਕਦਾ ਹੈ ਅਤੇ ਮੰਡੀ ਤੋਂ ਬਾਹਰ ਵੀ ਵੇਚ ਸਕਦਾ ਹੈ, ਅਤੇ ਜੇਕਰ ਉਹ ਆਪਣੀ ਫਸਲ ਮੰਡੀ ਤੋਂ ਬਾਹਰ ਵੇਚਦਾ ਹੈ ਤਾਂ ਉਸ ਉੱਪਰ ਕੋਈ ਵੀ ਟੈਕਸ ਨਹੀਂ ਲੱਗੇਗਾ। ਇਸ ਦਾ ਮਤਲਬ ਇਹ ਹੈ ਕਿ ਜੇਕਰ ਕਿਸਾਨ ਮੰਡੀ ਵਿੱਚ ਆਪਣੀ ਫਸਲ ਵੇਚਦਾ ਹੈ ਤਾਂ ਉਸ ਨੂੰ ਉਸੇ ਫਸਲ ਦੀ ਕੀਮਤ ਘੱਟ ਮਿਲੇਗੀ, ਪਰ ਜੇਕਰ ਉਹ ਬਾਹਰ ਜਾ ਕੇ ਕਿਤੇ ਵੇਚਦਾ ਹੈ ਤਾਂ ਉਸੇ ਫਸਲ ਦੀ ਕੀਮਤ ਉਸ ਨੂੰ ਜ਼ਿਆਦਾ ਮਿਲੇਗੀ। ਇਸ ਪ੍ਰੋਵੀਜ਼ਨ ਕਰਕੇ ਮੰਡੀਆਂ ਦੇ ਖਤਮ ਹੋਣ ਦਾ ਡਰ ਬਣਿਆ ਰਹੇਗਾ। ਹੁਣ ਮੰਨ ਲਓ ਕਿ ਮੰਡੀਆਂ ਖਤਮ ਹੋ ਜਾਂਦੀਆਂ ਹਨ ਤਾਂ ਸਿਰਫ ਮੰਡੀਆਂ ਹੀ ਖਤਮ ਨਹੀਂ ਹੋਣਗੀਆਂ। ਇਸ ਨਾਲ ਜੋ ਜ਼ਿਮੀਂਦਾਰਾਂ ਨੂੰ ਜਾਂ ਆਮ ਲੋਕਾਂ ਨੂੰ ਫਾਇਦੇ ਮਿਲਦੇ ਨੇ ਉਹ ਵੀ ਖਤਮ ਹੋ ਜਾਣਗੇ। ਪਿੰਡਾਂ ਦੇ ਵਿੱਚ ਜੋ ਲਿੰਕ ਸੜਕਾਂ ਨੇ ਜੋ ਕਿ ਮੰਡੀ ਬੋਰਡ ਦੁਆਰਾ ਪੱਕੀਆਂ ਕਰਾਈਆਂ ਜਾਂਦੀਆਂ ਨੇ ਉਹ ਖਤਮ ਹੋ ਜਾਣਗੀਆਂ। ਜੇ ਮੰਡੀ ਖਤਮ ਹੋ ਜਾਂਦੀ ਹੈ ਤਾਂ ਜੋ ਲੋਕ ਮੰਡੀ ਵਿੱਚ ਕੰਮ ਕਰ ਰਹੇ ਹਨ, ਭਾਵੇਂ ਉਹ ਆੜ੍ਹਤੀਏ ਨੇ, ਭਾਵੇਂ ਉਹ ਮਜ਼ਦੂਰ ਨੇ, ਉਹ ਸਾਰੇ ਬੇਰੁਜ਼ਗਾਰ ਹੋ ਜਾਣਗੇ। ਜਦੋਂ ਕਿਸਾਨ ਆਪਣੀ ਫਸਲ ਮੰਡੀ ਵਿੱਚ ਵੇਚਣ ਜਾਂਦਾ ਹੈ ਤਾਂ ਉਹ ਉਸ ਨੂੰ ਮਿਨੀਮਮ ਸਪੋਰਟ ਪ੍ਰਾਈਸ ਯਾਨੀ ਕਿ MSP ਤੇ ਵੇਚ ਸਕਦਾ ਹੈ, ਪਰ ਜੇਕਰ ਉਹ ਬਾਹਰ ਵੇਚਦਾ ਹੈ ਤਾਂ ਇਸ ਦੀ ਕੋਈ ਗਾਰੰਟੀ ਨਹੀਂ। ਜੇਕਰ ਮੰਡੀ ਖਤਮ ਹੋ ਜਾਏਗੀ ਤਾਂ ਇਸ ਦੇ ਨਾਲ MSP ਦੇ ਖਤਮ ਹੋਣ ਦਾ ਵੀ ਡਰ ਹੈ, ਜੋ ਕਿ ਇਸ ਕਾਨੂੰਨ ਦਾ ਬਹੁਤ ਹੀ ਵੱਡਾ ਡਿਸਐਡਵਾਂਟੇਜ ਹੈ। ਸੋ ਇਹ ਸੀ ਅੱਜ ਦੀ ਵੀਡੀਓ, ਜਿਸ ਵਿੱਚ ਆਪਾਂ ਪਹਿਲੇ ਖੇਤੀ ਕਾਨੂੰਨ ਦੀ ਗੱਲ ਕੀਤੀ, ਇਸ ਵਿੱਚ ਦਿੱਤੇ ਗਏ ਪ੍ਰੋਵੀਜ਼ਨਸ ਦੀ ਗੱਲ ਕੀਤੀ ਅਤੇ ਇਸ ਤੋਂ ਹੋਣ ਵਾਲੇ ਡਿਸਐਡਵਾਂਟੇਜਸ ਦੀ ਗੱਲ ਕੀਤੀ। ਅਗਲੀ ਵੀਡੀਓ ਵਿੱਚ ਅਸੀਂ ਦੂਸਰੇ ਖੇਤੀ ਕਾਨੂੰਨ ਦੀ ਗੱਲ ਕਰਾਂਗੇ ਅਤੇ ਉਸ ਦੇ ਪ੍ਰੋਵੀਜ਼ਨਸ ਅਤੇ ਡੀਮੈਰਿਟਸ ਦੀ ਗੱਲ ਕਰਾਂਗੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।